ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹ ਪ੍ਰਾਪਤ ਕਰਨਾ ਕਰੀਏ ਜੀ। ਸੋ ਕੱਲ ਦੇ ਦੀਵਾਨਾਂ ਅੰਦਰ ਆਪ ਗੁਰਸਿੱਖ ਸੰਗਤਾਂ ਪ੍ਰਸੰਗ ਸਰਵਣ ਕੀਤਾ ਕਿ ਕਲਗੀਧਰ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਨਗਰੀ ਵਿੱਚ ਵਾਸ ਕਰਦਿਆਂ ਦਰਸ਼ਨ ਕਰਨ ਆਉਣ ਵਾਲੀਆਂ ਦੂਰ ਦੁਰਾਡਿਆਂ ਤੋਂ ਚੱਲ ਕੇ ਸੰਗਤਾਂ ਦੀਆਂ ਮਨੋ ਭਾਵਨਾਵਾਂ ਨੂੰ ਪੂਰਨ ਕਰਦਿਆਂ ਸੰਗਤਾਂ ਨੂੰ ਭਗਤੀ ਸਹਿਤ ਗਿਆਨ ਦਾ ਉਪਦੇਸ਼ ਦੇ ਕੇ ਭਵ ਸਾਗਰ ਤੋਂ ਤਾਰ ਰਹੇ ਹਨ। ਸੋ ਜਿੱਥੇ ਭਗਤੀ ਸਹਿਤ ਗਿਆਨ ਦਾ ਉਪਦੇਸ਼ ਪਾਤਸ਼ਾਹ ਬਖਸ਼ਦੇ ਉੱਥੇ ਆਪਣੇ ਸੰਗੀ ਸੂਰਬੀਰ ਬਹਾਦਰ ਸਿੱਖਾਂ ਸੰਯੁਗਤ ਕਹਿਲੂਰ ਦੂਣ ਦੀਆਂ ਪਹਾੜੀਆਂ ਵਿੱਚ ਸ਼ਿਕਾਰ ਖੇਲਣ ਪਾਤਸ਼ਾਹ ਚੜ੍ਹਦੇ। ਸਤਿਗੁਰਾਂ ਦੇ ਸ਼ਿਕਾਰ ਖੇਲਣ ਦੀ ਚੜ੍ਹਾਈ ਜਿਹੜੀ ਹੈ ਇਹ ਪਹਾੜੀ ਰਾਜਿਆਂ ਨੂੰ ਭੈ ਭੀਤ ਕਰ ਰਹੀ ਹੈ ਤੇ ਸਤਿਗੁਰਾਂ ਦਾ ਜੋ ਜਲਾਲ ਵੱਧਦਾ ਤੇਜ ਪਹਾੜੀ ਰਾਜਿਆਂ ਕੋਲੋਂ ਸਹਾਰਿਆ ਨਹੀਂ ਜਾ ਰਿਹਾ ਤੇ ਈਰਖਾ ਦੀ ਅੱਗ ਵਿੱਚ ਸੜ ਰਹੇ ਹਨ। ਇਹ ਪ੍ਰਸੰਗ ਆਪਾਂ ਪਿਛਲੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੇ ਹਾਂ। ਇਸ ਤੋਂ ਅੱਗੋਂ ਪਾਵਨ ਕਥਾ ਦੀ ਆਰੰਭਤਾ ਹੋ ਰਹੀ ਹੈ। ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ। ਇਸ ਤਰ੍ਹਾਂ ਸੁਭਾਏਮਨ ਸਤਿਗੁਰੂ ਧੰਨ ਕਲਗੀਧਰ ਪਾਤਸ਼ਾਹ ਦਿਵਸ ਕਿਤੇ ਕਾ ਸੁਜਾਨ। ਸੁਜਾਨ ਕਹੀਏ ਅੰਤਰਜਾਮੀ ਪਾਤਸ਼ਾਹ। ਸਤਿਗੁਰਾਂ ਨੇ ਅਨੇਕ ਚੋਜ ਕਰਦਿਆਂ ਲੀਲਾਵਾਂ ਕਰਦਿਆਂ ਕਿਤਨੇ ਕੁ ਦਿਨ ਬਤੀਤ ਕੀਤੇ ਆ, ਕਿਤਨੇ ਕੁ ਦਿਨ ਲੰਘੇ ਆ, ਗੁਜ਼ਰੇ ਆ। ਵਿਸਤਾਰੀ ਕੀਰਤ ਜਗਤ। ਸਤਿਗੁਰਾਂ ਦੀ ਅੰਮ੍ਰਿਤ ਰੂਪ ਕੀਰਤੀ ਜੋ ਜਸ ਹੈ ਉਹ ਜਗਤ ਦੇ ਵਿੱਚ ਵਿਸਤ੍ਰਿਤ ਹੋ ਗਿਆ ਹੈ। ਸਤਿਗੁਰਾਂ ਦਾ ਉਜਵਲ ਜਸ ਸਾਰੇ ਜਗਤ ਦੇ ਵਿੱਚ ਫੈਲ ਗਿਆ ਹੈ। ਵਿਸਤਾਰੀ ਵਿਸ਼ਿਆਨ। ਤੇ ਸ਼ਰਨ ਆਉਣ ਵਾਲੇ ਗੁਰਸਿੱਖਾਂ ਸੇਵਕਾਂ ਸੰਗਤਾਂ ਦੀ ਜਿਹੜੀ ਵਿਸ ਹੈ, ਜਿਹੜੀ ਜ਼ਹਿਰ ਹੈ ਵਿਸ਼ਿਆਂ ਦੀ, ਵਕਾਰਾਂ ਦੀ, ਜਿਸ ਜ਼ਹਿਰ ਨੇ ਤਮਾਮ ਸਮਸਤ ਜੀਵਾਂ ਦੇ ਮਨ ਤਥਾ ਅੰਤःਕਰਣ ਨੂੰ ਇਹ ਰੋਗੀ ਕੀਤਾ ਹੋਇਆ। ਜਿਸ ਜ਼ਹਿਰ ਕਾਰਨ ਇਹ ਮਨ, ਅੰਤःਕਰਣ, ਬੁੱਧੀ ਆਦਿ ਇਹ ਚਤੁਸ਼ਟ ਅੰਤःਕਰਣ ਵਕਾਰਾਂ ਦੀ ਜ਼ਹਿਰ ਕਾਰਨ ਬਹੁਤ ਹੀ ਦੁਖੀ ਤੇ ਪੀੜਤ ਹੈ। ਸਤਿਗੁਰਾਂ ਨੇ ਆਪਣੇ ਸੇਵਕਾਂ ਦੇ ਅੰਤःਕਰਣ ਦੀ ਜਿਹੜੀ ਵਿਸ਼ਿਆਂ ਦੀ ਵਿਹੋ ਜ਼ਹਿਰ ਹੈ ਉਹ ਉਤਾਰ ਦਿੱਤੀ ਹੈ, ਲਾ ਦਿੱਤੀ ਹੈ। ਨਿਸ਼ਾਨੀ ਛੰਦ ਭਈ ਬਿਦਤ ਗਿਰਪਤਨ ਮਹਿ। ਗਿਰਪਤਨ ਨਾਮ ਪਹਾੜੀ ਰਾਜਿਆਂ ਦੇ ਵਿੱਚ
ਇਹ ਗੱਲ ਵਿਦਿਤ ਹੋ ਗਈ, ਪ੍ਰਗਟ ਹੋ ਗਈ। ਕੀਰਤ ਉਜਿਆਰੀ ਸਤਿਗੁਰਾਂ ਦੀ ਉਜਵਲ ਕੀਰਤੀ, ਸ੍ਰੇਸ਼ਟ ਮਹਿਮਾ ਪਹਾੜਾਂ ਵਿੱਚ ਵੀ ਫੈਲ ਗਈ। ਕਲਗੀ ਧਰ ਬੜ ਸੂਰਮਾ ਕੀ ਗੁਰਾਂ ਦੀ ਕੀਰਤੀ ਪਸਰੀ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ, ਜੋ ਕਿ ਬੜੇ ਵੱਡੇ ਸੂਰਮੇ ਹਨ, ਬੜੇ ਵੱਡੇ ਬਹਾਦਰ ਹਨ। ਘਰ ਮਹਿ ਧਨ ਭਾਰੀ ਜੋ ਆਪਣੇ ਕਰ ਹੱਥ ਦੇ ਵਿੱਚ ਭਾਰੀ ਵੱਡਾ ਜਿਹੜਾ ਧਨਖ ਹੈ ਉਹ ਧਾਰਨ ਕਰਕੇ ਰੱਖਦੇ ਐ। ਜਿਸ ਕੇ ਆਬ ਕੋ ਸਮੇਂ ਮਹਿ ਤੇ ਅਬ ਕੇ ਸਮੇਂ, ਹੁਣ ਦੇ ਸਮੇਂ ਵਿੱਚ, ਜਿਸ ਕੋ ਜਿਸ ਨੂੰ ਨਾਰ ਖਿਚੇ ਨਾ ਕੋਈ ਕੋਈ ਨਰ ਕੋਈ ਮਨੁੱਖ ਖਿੱਚ ਨਹੀਂ ਸਕਦਾ। ਐਸਾ ਕਠੋਰ ਧਨਖ ਸਤਿਗੁਰੂ ਜੀ ਆਪਣੇ ਕੋਲ ਰੱਖਦੇ, ਜਿਸ ਧਨਖ ਦੀ ਪ੍ਰਤਿਅੰਚਾ ਨੂੰ ਕੋਈ ਚਾੜ ਨਹੀਂ ਸਕਦਾ, ਜਿਸ ਧਨਖ ਦੀ ਤੰਦੀ ਨੂੰ ਕੋਈ ਖਿੱਚ ਨਹੀਂ ਸਕਦਾ। ਖਪਰੇ ਤੀਸ਼ਨ ਭੀਖਨਾ ਫਿਰ ਬੜੇ ਤਿੱਖੇ ਅਤੇ ਬੜੇ ਭੀਖਨ ਨਾਮ ਭਿਅੰਕਰ ਅਤੇ ਖਬਰੇ ਨਾਮ, ਜਿਹੜੇ ਖਬਰੇ ਕਹੀਏ ਚੌੜੇ ਤੀਰ ਸਤਿਗੁਰੂ ਜੀ ਆਪਣੇ ਕੋਲ ਰੱਖਦੇ ਆ, ਚੌੜੀ ਮੁਖੀ ਵਾਲੇ ਤੀਰ। ਘਰ ਵਾਇਸ ਜੋਈ ਤੇ ਕਾਰੀਗਰਾਂ ਨੂੰ ਕਹਿ ਕਹਿ ਕੇ ਸਤਿਗੁਰੂ ਜੀ ਕਢਵਾਉਂਦੇ ਐ, ਤਿਆਰ ਕਰਵਾਉਂਦੇ ਐ। ਛਿਪਰ ਪੰਚ ਬਗਰਾਏ ਕਰ ਬੜੀ ਛੇਤੀ ਦੇ ਨਾਲ ਪੰਚ ਕਹੀਏ ਚਿੱਲੇ ਦੇ ਵਿੱਚ ਤੀਰ ਦੀ ਬਾਂਗ ਨੂੰ, ਤੀਰ ਦੀ ਜਿਹੜੀ ਬਾਂਗਰ ਹੈ ਉਸ ਨੂੰ ਬਗੜਾ ਕੇ ਜੋੜ ਕੇ ਸ਼ੋਰਤ ਬੜ ਦੂਰੀ ਤੇ ਜਿਸ ਵੇਲੇ ਪ੍ਰਤਿਅੰਚਾ ਖਿੱਚ ਕੇ ਤੀਰ ਛੱਡਦੇ ਐ ਤੇ ਸਤਿਗੁਰਾਂ ਦੇ ਧਨਖ ਦੇ ਵਿੱਚੋਂ ਨਿਕਲਿਆ ਤੀਰ ਬਹੁਤ ਦੂਰ ਜਾ ਕੇ ਡਿੱਗਦਾ ਹੈ। ਕੋਸਨ ਲਾਗ ਪਹੁੰਚਤ ਚਲਹਿ ਸਤਿਗੁਰਾਂ ਦੇ ਕਰ ਕਵਲਾਂ ਦੁਆਰਾ ਚੱਲਿਆ ਤੀਰ ਕੋਹਾਂ ਤੀਕ ਦੂਰ ਚਲਿਆ ਜਾਂਦਾ ਹੈ। ਬਲ ਤੇ ਭਰਪੂਰੀ ਜੋ ਸਤਿਗੁਰੂ ਜੀ ਬਲ ਦੇ ਨਾਲ ਭਰਪੂਰੀ ਨਾਮ ਭਰੇ ਹੋਏ ਹਨ, ਬਲ ਦੇ ਵਿੱਚ ਬਹੁਤ ਵੱਡੇ ਸੂਰਮੇ ਹੈ। ਸੁਨੇ ਪੁਰਾਨਨ ਕੇ ਬਚਨ ਪਹਾੜੀ ਰਾਜੇ ਸੰਗੀਆਂ ਦੇ ਨਾਲ ਵਿਚਾਰਦੇ ਐ, ਗੱਲਾਂ ਕਰਦੇ ਐ ਤੇ ਇਸ ਤਰ੍ਹਾਂ ਕਹਿੰਦੇ ਐ ਕਿ ਸੁਨੇ ਪੁਰਾਨਨ ਕੇ ਬਚਨ, ਪੁਰਾਣਾਂ ਦੇ ਵਿੱਚ ਇਹ ਕਥਾਵਾਂ ਸੁਣੀਆਂ ਹਨ। ਇਹ ਜੋ ਸਨਾਤਨ ਮਤ ਦਾ ਇਤਿਹਾਸ ਹੈ, ਉਸ ਇਤਿਹਾਸ ਵਿੱਚ ਇਹ ਪ੍ਰਸੰਗ ਸੁਣਿਆ ਅਰਜਨ ਸਰ ਮਾਰੇ ਕਿ ਅਰਜਨ ਬਹੁਤ ਵੱਡਾ ਤੀਰੰਦਾਜ਼ੀ ਸੀ। ਅਰਜਨ ਬਹੁਤ ਤੀਰ ਮਾਰਦਾ ਸੀ, ਤੀਰ ਚਲਾਉਂਦਾ ਸੀ, ਜਿਹੜੇ ਲਕਸ਼ ਨਿਸ਼ਾਨੇ ਤੇ ਜਾ ਕੇ ਵੱਜਦੇ ਸਨ ਤੇ ਬੜੇ ਬਲਪੂਰਵਕ ਤੀਰ ਚਲਾਉਂਦਾ ਸੀ। ਤ੍ਰੇਤੇ ਜੋਗ ਸ਼੍ਰੀ ਰਾਮ ਜੀ ਫਿਰ ਤ੍ਰੇਤੇ ਯੁੱਗ ਦੇ ਵਿੱਚ ਭਗਵਾਨ ਸ੍ਰੀ ਰਾਮਚੰਦਰ ਜੀ ਧਨ ਵਿਦਿਆ ਭਾਰੇ ਜੋ ਧਨਖ ਵਿਦਿਆ ਦੇ ਵਿੱਚ ਭਾਰੀ ਵੱਡੇ ਪ੍ਰਾਂਗਤ ਸਨ, ਜੋ ਧਨਖ ਵਿਦਿਆ ਦੇ ਵਿੱਚ ਸੰਪੰਨ ਸਨ। ਭਗਵਾਨ ਸ੍ਰੀ ਰਾਮਚੰਦਰ ਜੀ ਜੋ ਧਨਖ ਧਾਰੀ ਸਨ। ਇਦੋਂ ਪਿਤਾਮਾ ਇਨਹੁ ਕੋ ਇਹ ਉਹਨਾਂ ਵਰਗੇ ਧਨਖ ਧਾਰੀ ਹਨ ਕਲਗੀਧਰ ਪਾਤਸ਼ਾਹ, ਅਥਵਾ ਜਾਂ ਫਿਰ ਇਹਨਾਂ ਦੇ ਹੀ ਪਿਤਾਮਾ, ਇਹਨਾਂ ਦੇ ਹੀ ਦਾਦਾ ਗੁਰੂ ਸ਼੍ਰੀ ਹਰਗੋਬਿੰਦੰ ਧੰਨ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਸੁਨੀ ਸ਼ਾਹ ਦੀ ਤਿਨਹੁ ਕੀ ਤੇ ਉਹਨਾਂ ਦੀ ਸ਼ਾਹ ਦੀ ਸੁਣੀਏ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰਣ ਖੇਤਰ ਦੇ ਵਿੱਚ ਚੱਲਦੇ ਤੀਰਾਂ ਦੀ ਅੱਖੀਂ ਡਿੱਠੀ ਗਵਾਹੀ ਸੁਣੀ ਹੈ।
ਹਾਤ ਤੁਰਕਨ ਬ੍ਰਿੰਦੰ। ਕਿ ਗੁਰੂ ਹਰਗੋਬਿੰਦ ਸਾਹਿਬ ਜੀ ਜਦ ਤੀਰ ਚਲਾਉਂਦੇ ਸਨ ਤੇ ਗੁਰਾਂ ਦੇ ਇੱਕ ਇੱਕ ਤੀਰ ਨਾਲ ਅਨੇਕਾਂ ਹੀ ਤੁਰਕਾਂ ਦਾ ਵਿਨਾਸ਼ ਹੋ ਜਾਂਦਾ ਸੀ। ਇੱਕੇ ਤੀਰ ਵਿੱਚ 7 ਸ਼ਤਰੂਆਂ ਨੂੰ ਪਰੋ ਦਿੰਦੇ ਸਨ। ਇਸ ਬੇਦ ਕੇ ਸਰ ਸ਼ੋਰ ਤੇ। ਤੇ ਇਹ ਵੀ ਧੰਨ ਕਲਗੀਧਰ ਪਾਤਸ਼ਾਹ ਜੀ ਵੀ ਉਸੇ ਹੀ ਤਰ੍ਹਾਂ ਆਪਣੇ ਦਾਦਾ ਗੁਰੂ ਵੱਤ ਤੀਰ ਛੋੜਦੇ, ਭਾਵ ਤੀਰ ਚਲਾਉਂਦੇ ਐ। ਰਾਖੀ ਸੰਗ ਸੈਨਾ। ਤੇ ਜਿਨ੍ਹਾਂ ਨੇ ਆਪਣੇ ਨਾਲ ਸੈਨਾ ਵੀ ਰੱਖੀ ਹੋਈ ਹੈ, ਆਪਣੇ ਨਾਲ ਸ਼ਸਤਰ ਧਾਰੀ ਤੇ ਘੋੜ ਸਵਾਰੀ ਫੌਜ ਵੀ ਰੱਖੀ ਹੈ। ਭੀਮ ਚੰਦ ਸੋਰਿਸ ਭਈ। ਤੇ ਸੂਚਨਾ ਮਿਲੀ ਹੈ ਕਿ ਭੀਮ ਚੰਦ ਦੇ ਨਾਲ ਸਤਿਗੁਰਾਂ ਦੀ ਬੇਰਸੀ ਹੋ ਗਈ ਹੈ। ਭੀਮ ਚੰਦ ਦੇ ਨਾਲ ਜਿਹੜੀ ਹੈ ਉਹ ਰਿਸ, ਗੁੱਸਾ, ਕ੍ਰੋਧ ਵੱਧ ਗਿਆ ਹੈ। ਇਸ ਤੇ ਮਨ ਭੈ ਨਾ। ਜਿਨ੍ਹਾਂ ਨੂੰ ਭਾਵ ਕਲਗੀਧਰ ਪਾਤਸ਼ਾਹ ਜੀ ਨੂੰ ਕਿਸੇ ਦਾ ਵੀ ਭੈ ਨਹੀਂ ਹੈ, ਕਿਸੇ ਦਾ ਵੀ ਖੌਫ ਡਰ ਨਹੀਂ ਹੈ। ਇਉਂ ਜਿਹੜੇ ਬਾਕੀ ਪਹਾੜੀ ਰਾਜੇ ਹਨ ਉਹ ਪਰਸਪਰ ਇਸ ਤਰ੍ਹਾਂ ਦੀਆਂ ਗੱਲਾਂ ਗੁਰੂ ਉਪਮਾ ਵਿੱਚ ਅਤੇ ਗੁਰੂ ਤੇ ਭੀਮ ਚੰਦ ਦੀ ਸ਼ਤਰੁਤਾ ਦੇ ਬਾਬਤ ਇਉਂ ਬਚਨ ਕਰਦੇ। ਸੁਨ ਸੁਨ ਰਾਜੇ ਗਿਰਨ ਕੇ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਰਾਜਿਆਂ ਦੀਆਂ ਸਭਾਵਾਂ ਦੇ ਵਿੱਚ ਹੁੰਦੀਆਂ ਹਨ ਤਾਂ ਪਹਾੜੀ ਰਾਜੇ ਸੁਣ ਸੁਣ ਕੇ ਲੇਖ ਪੱਤਰ ਪਠਾਵੈ। ਉਹ ਪੱਤਰਕਾ ਲਿਖ ਲਿਖ ਕੇ, ਚਿੱਠੀਆਂ ਲਿਖ ਲਿਖ ਪਹਾੜੀ ਰਾਜੇ ਭੇਜਦੇ ਐ। ਦੋਨੋਂ ਦੇਸ਼ ਕੋ ਜਸ ਕਹੈ। ਤੇ ਦੋਨੋਂ ਹੀ ਦਿਸ਼ਾਵਾਂ ਦਾ ਜਸ ਕਹਿੰਦੇ ਆ ਚਿੱਠੀਆਂ ਰਾਹੀਂ। ਜਿਹੜੀ ਚਿੱਠੀ ਭੀਮ ਚੰਦ ਕੋਲ ਆਉਂਦੀ ਉਹ ਭੀਮ ਚੰਦ ਦੀ ਉਪਮਾ ਕਰਦੀ। ਜਿਹੜੀ ਚਿੱਠੀ ਪਹਾੜੀ ਰਾਜੇ ਸਤਿਗੁਰਾਂ ਵੱਲ ਘੱਲਦੇ ਉਹ ਗੁਰੂ ਉਪਮਾ ਗਾਉਂਦੀ। ਜਿਮ ਕੋਪ ਉਪਾਵੈ। ਤੇ ਐਸੀ ਜੁਗਤੀ ਨਾਲ ਪਹਾੜੀ ਰਾਜੇ ਮਨ ਵਿੱਚ ਸ਼ਤਰੁਤਾ ਭਾਵ ਰੱਖ ਕੇ ਤੇ ਐਸੀ ਸੂਝ ਬੂਝ ਦੇ ਨਾਲ ਚਿੱਠੀਆਂ ਲਿਖ ਕੇ ਭੇਜਦੇ ਹਨ ਕਿ ਉਹ ਚਿੱਠੀਆਂ ਲਿਖੀਆਂ ਹੋਈਆਂ ਜਿਹੜੀਆਂ ਉਹ ਪ੍ਰਭਾਵਿਤ ਕਰ ਸਕਣ। ਸੋ ਇਸ ਤਰ੍ਹਾਂ ਜਿਮ ਕੋਪ ਆਵਾਵੇਂ, ਜਿਵੇਂ ਦੋਨੋਂ ਹੀ ਤਰਫ ਆਪਸ ਵਿੱਚ ਕ੍ਰੋਧਿਤ ਹੋ ਜਾਣ ਤੇ ਝਗੜ ਪੈਣ। ਹੁਤੋ ਕਿਰਪਾਲ ਕਟੋਚੀਆ। ਕਿਰਪਾਲ ਕਟੋਚੀਆ ਇਹ ਜਿਹੜਾ ਰਾਜਾ ਸੀ ਪਹਾੜੀ ਰਾਜਾ ਕਿਰਪਾਲ ਕਟੋਚੀਆ, ਸੋ ਚਹਿਤ ਲਰਾਇਓ। ਉਹ ਭੀਮ ਚੰਦ ਨੂੰ ਤੇ ਕਲਗੀਧਰ ਪਾਤਸ਼ਾਹ ਜੀ ਨੂੰ ਲੜਾਉਣਾ ਚਾਹੁੰਦਾ, ਦੋਨਾਂ ਦਾ ਹੀ ਜੰਗ ਕਰਵਾਉਣਾ ਚਾਹੁੰਦਾ ਕਟੋਚੀਆ। ਰਾਜਧਾਨੀ ਜਿਸ ਕਾਂਗੜਾ। ਜਿਹਦੀ ਰਾਜਧਾਨੀ ਕਾਂਗੜਪੁਰ ਹੈ। ਕਾਂਗੜਪਤੀ ਕਟੋਚੀਆ ਕਿਰਪਾਲ ਚੰਦ ਜਿਹੜਾ ਹੈ ਇਹ ਸ਼ਤਰੁਤਾ ਦੋਨਾਂ ਦੀ ਪਾ ਕੇ ਤੇ ਦੋਨਾਂ ਨੂੰ ਸਤਿਗੁਰਾਂ ਤੇ ਭੀਮ ਚੰਦ ਨੂੰ ਲੜਾਉਣਾ ਚਾਹੁੰਦਾ ਹੈ। ਲੇਖ ਦੂਤ ਪਠਾਇਓ। ਤੇ ਚਿੱਠੀਆਂ ਲਿਖ ਕੇ ਆਪਣੇ ਦੂਤ ਭੇਜਦਾ ਹੈ। ਸੋ ਕਟੋਚੀਏ ਵੱਲੋਂ, ਕਿਰਪਾਲ ਕਟੋਚੀਏ ਵੱਲੋਂ ਦੂਤ ਆਇਆ ਚੱਲ ਕੇ। ਭੀਮ ਚੰਦ ਕੇ ਢਿਗ ਗਇਓ। ਉਹ ਭੀਮ ਚੰਦ ਦੇ ਕੋਲ ਗਿਆ ਹੈ ਦੂਤ ਪਹਿਲਾਂ ਤੇ ਭੀਮ ਚੰਦ ਕੋਲ ਜਾ ਕੇ ਕਰ ਬੰਧਨ ਬੈਸਾ। ਬੰਧਨ ਕਹੀਏ ਨਮਸਕਾਰ ਕੀਤੀ ਤੇ ਭੀਮ ਚੰਦ ਦੇ ਕੋਲ ਬਹਿ ਗਿਆ ਕਿਰਪਾਲ ਕਟੋਚੀਏ ਦਾ ਸੇਵਕ। ਕਹਿਤ ਭਇਓ ਰਾਜੇ ਸੁਨਿਓ। ਕਹਿਣ ਲੱਗਾ ਇਹ ਰਾਜਨ ਭੀਮ ਚੰਦ ਸਾਡੇ ਰਾਜਾ ਕਿਰਪਾਲ ਚੰਦ ਕਟੋਚੀਏ ਨੇ ਸੁਣਿਆ ਹੈ ਗੁਰ ਕੀਨਸ ਦੁਐਸ਼ਾ। ਕਿ ਸਤਿਗੁਰੂ ਧੰਨ ਕਲਗੀਧਰ ਪਾਤਸ਼ਾਹ ਜੀ ਤੁਹਾਡੇ ਨਾਲ ਦੁਐਸ਼ ਕਰਦੇ ਹਨ,
ਤੁਹਾਡੇ ਨਾਲ ਈਰਖਾ ਕਰਦੇ ਹਨ। ਕੀ ਇਹ ਗੱਲ ਸੱਤਿ ਹੈ? ਸਤਿਗੁਰਾਂ ਦੀ ਤੁਹਾਡੇ ਨਾਲ ਈਰਖਾ ਹੈ, ਸ਼ਤਰੁਤਾ ਹੈ। ਕਿਰਪਾਲ ਚੰਦ ਨੇ ਸੁਣਿਆ ਹੈ ਕਟੋਚੀਏ ਨੇ, ਤੇ ਇਹ ਸਾਰੀ ਸੂਚਨਾ ਖਬਰ ਜਿਹੜੀ ਹੈ ਉਹ ਲੈਣ ਵਾਸਤੇ ਮੈਨੂੰ ਤੁਹਾਡੇ ਪਾਸ ਭੇਜਿਆ। ਨਹਿ ਆਸ਼ੀ ਮਾਨੀ ਹਿਰਦੈ। ਜਦੋਂ ਪਤਾ ਲੱਗਾ ਕਿਰਪਾਲ ਚੰਦ ਕਟੋਚੀਏ ਨੂੰ, ਤਾਂ ਉਹਨੇ ਇਹ ਆਛੀ ਚੰਗੀ ਗੱਲ ਨਹੀਂ ਮੰਨੀ ਕਿ ਸਤਿਗੁਰੂ ਜੀ ਭੀਮ ਚੰਦ ਦੇ ਹੀ ਇਲਾਕੇ ਵਿੱਚ ਰਹਿ ਰਹੇ ਹਨ, ਕਹਿਲੂਰ ਦੀ ਦੂਣ ਵਿੱਚ, ਤੇ ਭੀਮ ਚੰਦ ਨਾਲ ਹੀ ਈਰਖਾ ਕਰ ਰਹੇ ਹਨ। ਇਹ ਗੱਲ ਅਜੋਗ ਹੈ। ਇਹ ਕਟੋਚੀਏ ਨੇ ਇਸ ਤਰ੍ਹਾਂ ਜਾਣਿਆ। ਤੁਮ ਪਾਸ ਪਠਾਵਾ। ਤੇ ਪਤਾ ਲੱਗਣ ਤੋਂ ਤੁਰੰਤ ਮੈਨੂੰ ਵੇਖੋ ਤੁਹਾਡੇ ਕੋਲ ਭੇਜ ਦਿੱਤਾ ਹੈ। ਸਤਿਗੁਰ ਜ਼ੋਰਾਵਰ ਮਹਾ। ਸੁਣਿਏ ਸਤਿਗੁਰੂ ਜੀ ਬੜੇ ਜ਼ੋਰਾਵਰ ਹਨ, ਬੜੇ ਬਲੀ ਵੀ ਹਨ, ਤੇ ਜ਼ੋਰਾਵਰੀ ਭਾਵ ਜ਼ਬਰਦਸਤੀ ਵੀ ਕਰਦੇ ਐ। ਡਰ ਕਿਤਹੁ ਨਾ ਪਾਵਾ। ਤੇ ਉਹਨਾਂ ਨੂੰ ਕਿਸੇ ਦਾ ਡਰ ਹੀ ਨਹੀਂ, ਕਿਸੇ ਦਾ ਭੈ ਖੌਫ ਹੀ ਨਹੀਂ। ਇਹ ਤੁਮ ਕਰਹੁ ਸੰਗਰਾਮ ਨਹਿ। ਸੋ ਇਹ ਰਾਜਨ ਭੀਮ ਚੰਦ ਕਿਰਪਾਲ ਕਟੋਚੀਏ ਦਾ ਕਥਨ ਹੈ ਕਿ ਜੇਕਰ ਤੁਸੀਂ ਜੰਗ ਨਹੀਂ ਕਰੋਗੇ ਸਤਿਗੁਰਾਂ ਦੇ ਨਾਲ, ਜੇ ਸਤਿਗੁਰਾਂ ਨਾਲ ਤੁਸੀਂ ਇਸ ਤਰ੍ਹਾਂ ਮੁਹਿੰਮ ਨਹੀਂ ਛੇੜੋਗੇ, ਵੱਡ ਅਵਗੁਣ ਹੋਵੇ। ਇਸ ਗੱਲ ਵਿੱਚ ਬਹੁਤ ਭਾਰੀ ਵੱਡਾ ਅਵਗੁਣ ਹੋਵੇਗਾ, ਬਹੁਤ ਵੱਡਾ ਨੁਕਸਾਨ ਹੋਵੇਗਾ ਤੁਹਾਡਾ। ਗੁਰੂ ਨੇ ਕਾਸੋ ਦੇਸ਼ ਤੇ। ਇਸ ਵਾਸਤੇ ਜਿਵੇਂ ਵੀ ਸੰਭਵ ਹੋ ਸਕਦਾ ਹੈ ਸਤਿਗੁਰਾਂ ਨੂੰ ਆਪਣੇ ਦੇਸ਼ ਕਹਿਲੂਰ ਦੇ ਵਿੱਚੋਂ ਕੱਢ ਦਿਓ। ਤਬ ਸੁਖ ਕਰ ਸੋਵੈ। ਹੇ ਰਾਜਨ ਭੀਮ ਚੰਦ, ਤਾਂ ਹੀ ਤੂੰ ਸੁਖ ਦੀ ਨੀਂਦ ਸੌਂ ਸਕਦਾ ਹੈ। ਤੈਨੂੰ ਸੁਖ ਦੀ ਸ਼ਾਂਤੀ ਦੀ ਨੀਂਦ ਤਾਂ ਹੀ ਆ ਸਕਦੀ ਹੈ ਜੇ ਸਤਿਗੁਰਾਂ ਨੂੰ ਤੂੰ ਆਪਣੇ ਦੇਸ਼, ਆਪਣੇ ਇਲਾਕੇ ਦੇ ਵਿੱਚੋਂ ਕੱਢ ਦਵੇਂ। ਨਤ ਉਠਾਏ ਉਤਪਾਤ ਕੋ। ਅਨਯਥਾ ਜਿਸ ਤਰ੍ਹਾਂ ਦੀ ਉਹ ਆਪਣੀ ਨਿਰਭੈਤਾ ਵਿਖਾਉਂਦੇ ਹਨ, ਕਿਸੇ ਅੱਗੋਂ ਝੁਕਣਾ ਹੀ ਨਹੀਂ ਚਾਹੁੰਦੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਬਹੁਤ ਵੱਡਾ ਉਪਦਰਵ ਉਠਾਉਣਗੇ। ਦੇ ਪਰਜ ਉਜਾਰੀ। ਤੇ ਤੇਰੀ ਸਾਰੀ ਹੀ ਪਰਜਾ ਨੂੰ ਉਹ ਉਜਾੜ ਦੇਣਗੇ। ਵਿਚ ਰਹਿ ਨਿਤ ਪ੍ਰਤ ਚਮੂ ਗਾਨ। ਨੇਤਾ ਪ੍ਰਤੀ ਹਮੇਸ਼ਾ ਹੀ ਗਣ ਸਮੂਹ ਚਮੂ ਫੌਜ ਉਹਨਾਂ ਦੀ ਵਿਚਰਦੀ ਹੈ ਇਸ ਪਹਾੜੀਆਂ ਵਿੱਚ। ਆਤਸ਼ੈ ਅਸਵਾਰੀ। ਅਤਿਸ਼ੇ ਕਰਕੇ ਬਹੁਤ ਉਹਨਾਂ ਕੋਲ ਸਵਾਰੀਆਂ ਹਨ, ਭਾਵ ਹਾਥੀ ਹੈ, ਘੋੜੇ ਹੈ, ਰੱਥ ਹੈ, ਪਾਲਕੀਆਂ ਹਨ। ਤੇ ਜਦੋਂ ਸ਼ਿਕਾਰ ਖੇਲਣ ਆਉਂਦੇ ਬੜੇ ਜੌ ਜਲਾਲ ਨਾਲ ਆਉਂਦੇ ਐ। ਦੁਐ ਨਰਿਪ ਹੋਏ ਇੱਕ ਦੇਸ਼ ਮਹਿ। ਸੋ ਇਹ ਰਾਜਨ ਭੀਮ ਚੰਦ, ਜੇਕਰ ਦੋ ਰਾਜੇ ਇੱਕ ਹੀ ਦੇਸ਼ ਵਿੱਚ ਹੋਣ, ਦੇਸ਼ ਇੱਕ ਹੋਵੇ ਤੇ ਰਾਜੇ ਦੋ ਹੋਣ, ਕਿਉ ਮਚਹਿ ਨਾ ਰੌਰਾ। ਤੇ ਭਲਾ ਰੌਲਾ ਕਿਉਂ ਨਹੀਂ ਮਚੇਗਾ, ਉਪਦਰਵ ਕਿਉਂ ਨਹੀਂ ਹੋਵੇਗਾ, ਝਗੜਾ ਕਿਉਂ ਨਹੀਂ ਹੋਵੇਗਾ? ਅਵਸ਼ ਹੀ ਹੋਵੇਗਾ। ਸੋ ਜਿਸ ਇੱਕ ਹੀ ਦੇਸ਼ ਵਿੱਚ ਸ਼ਾਸਕ ਦੋ ਹੋਣ, ਰਾਜੇ ਦੋ ਹੋਣ, ਤੇ ਉੱਥੇ ਤਾਂ ਉਪਦਰਵ ਹੋਵੇਗਾ ਹੀ ਹੋਵੇਗਾ। ਕਰੈ ਅੰਧੇਰਾ ਜਗਤ ਮਹਿ। ਸਾਰੇ ਜਗਤ ਦੇ ਵਿੱਚ ਅੰਧੇਰਾ ਪੈ ਜਾਂਦਾ ਹੈ, ਅੰਧੇਰਾ ਪਸਰ ਜਾਂਦਾ ਹੈ। ਰਾਵ ਸਾਸ ਇੱਕ ਠੌਰਾ। ਜਦੋਂ ਚੰਦਰਮਾ ਤੇ ਸੂਰਜ ਇੱਕ ਥਾਂ ਤੇ ਹੋ ਜਾਂਦੇ ਉਦੋਂ ਹਨੇਰਾ ਫੈਲ ਜਾਂਦਾ ਹੈ। ਕਿਉਂਕਿ ਜਦ ਮੱਸਿਆ ਵਾਲੀ ਰਾਤ ਹੁੰਦੀ ਹੈ ਤਾਂ ਉਸ ਰਾਤ ਤੋਂ ਮਗਰੋਂ ਜਦ ਦਿਨ ਉਦੇ ਹੁੰਦਾ ਹੈ ਤਾਂ ਚੰਦਰਮਾ ਤੇ ਸੂਰਜ ਦੋਨੋਂ ਇਕੱਠੇ ਹੀ ਚੜ੍ਹਦੇ ਹੈ। ਮੱਸਿਆ ਵਾਲੇ ਦਿਨ ਸੂਰਜ ਤੇ ਚੰਦਰਮਾ ਦੋਨੋਂ ਇਕੱਠੇ ਹੀ ਉਦੇ ਹੁੰਦੇ ਹੈ। ਪਰ ਬਹੁਤ ਪ੍ਰਕਾਸ਼ ਸੂਰਜ ਦਾ ਹੋਣੇ ਕਾਰਨ
ਚੰਦਰਮਾ ਬਹੁਤ ਅਲਪ ਅਥਵਾ ਘੱਟ ਦਿਖਾਈ ਦਿੰਦਾ ਹੈ, ਕਿੰਤੂ ਚੜ੍ਹਦੇ ਦੋਨੋਂ ਇਕੱਠੇ ਹੀ ਹੈ। ਪੂਰਨਮਾਸ਼ੀ ਵਾਲੀ ਰਾਤ ਨੂੰ ਚੰਦਰਮਾ ਰਾਤ ਨੂੰ ਉਦੇ ਹੁੰਦਾ ਹੈ ਤੇ ਸਵੇਰ ਨੂੰ ਛੁਪ ਜਾਂਦਾ ਹੈ। ਸੂਰਜ ਸਵੇਰੇ ਉਦੇ ਹੁੰਦਾ ਹੈ ਤੇ ਰਾਤ ਨੂੰ ਛੁਪ ਜਾਂਦਾ ਹੈ। ਕਿੰਤੂ ਮੱਸਿਆ ਵਾਲੇ ਦਿਨ ਸੂਰਜ ਤੇ ਚੰਦਰਮਾ ਦੋਨੋਂ ਇਕੱਠੇ ਹੀ ਉਦੇ ਹੁੰਦੇ ਹਨ। ਸੋ ਕਵੀ ਜੀ ਦੱਸ ਰਹੇ ਹਨ, ਅਥਵਾ ਕਿਰਪਾਲ ਚੰਦ ਕਟੋਚੀਏ ਦਾ ਭੇਜਿਆ ਦੂਤ ਕਿਰਪਾਲ ਚੰਦ ਕਟੋਚੀਏ ਵੱਲੋਂ ਭੀਮ ਚੰਦ ਨੂੰ ਕਹਿ ਰਿਹਾ ਹੈ, ਰਾਜਨ ਜਿਸ ਤਰ੍ਹਾਂ ਇੱਕ ਹੀ ਦਿਨੇ ਸੂਰਜ ਤੇ ਚੰਦਰਮਾ ਉਦੇ ਹੁੰਦੇ ਆ ਤੇ ਰਾਤ ਅਮਾਵਸ ਵਾਲੀ ਹੋ ਜਾਂਦੀ, ਅੰਧਕਾਰ ਪਸਰ ਜਾਂਦਾ ਹੈ, ਇਸੇ ਤਰ੍ਹਾਂ ਇੱਕ ਹੀ ਦੇਸ਼ ਵਿੱਚ ਦੋ ਸ਼ਾਸਕ ਹੋਣ, ਦੋ ਰਾਜੇ ਹੋਣ ਤੇ ਉਪਦਰਵ ਫੈਲ ਜਾਂਦਾ ਹੈ। ਕਾਨਨ ਮਹਿ ਇੱਕ ਕੇਹਰੀ। ਸੋ ਜੰਗਲ ਦੇ ਵਿੱਚ ਇੱਕ ਕੇਹਰੀ ਨਾਮ ਇੱਕ ਸ਼ੇਰ ਹੈ। ਸੁਨ ਕਾਨਨ ਨਾਦਾ। ਜਦ ਉਹ ਕਾਨਨ ਜੰਗਲ ਦੇ ਵਿੱਚੋਂ ਕਿਸੇ ਦੂਸਰੇ ਸ਼ੇਰ ਦਾ ਨਾਦ, ਦੂਸਰੇ ਸ਼ੇਰ ਦੀ ਗਰਜ ਨੂੰ ਆਵਾਜ਼ ਨੂੰ ਸੁਣਦਾ ਹੈ, ਕਰਹਿ ਨਿਕਾਸਨ ਦੂਸਰੋ। ਉਹ ਦੂਜੇ ਨੂੰ ਜਾਂ ਤਾਂ ਮਾਰ ਦਿੰਦਾ ਹੈ ਜਾਂ ਆਪਣੇ ਜੰਗਲ ਵਿੱਚੋਂ ਕੱਢ ਦਿੰਦਾ ਹੈ। ਜੰਗਲ ਵਿੱਚ ਵੇਖੋ ਹੋਰ ਹਿੰਸਕ ਜੀਵ ਤੇ ਬਹੁਤ ਹੁੰਦੇ ਆ ਜੰਗਲਾਂ ਦੇ ਵਿੱਚ, ਕਿੰਤੂ ਜਿਹੜਾ ਬੱਬਰ ਸ਼ੇਰ ਹੈ, ਕਿਉਂਕਿ ਸ਼ੇਰਾਂ ਦੀਆਂ ਵੀ ਭਿੰਨ ਭਿੰਨ ਜਾਤੀਆਂ ਹਨ, ਜੈਸੇ ਚੀਤੇ ਆਦਿ, ਇਹ ਤਾਂ ਇੱਕ ਹੀ ਜੰਗਲ ਦੇ ਵਿੱਚ ਬਹੁਤ ਵੀ ਹੋ ਸਕਦੇ ਹਨ, ਕਿੰਤੂ ਜਿਹੜਾ ਬੱਬਰ ਸ਼ੇਰ ਹੈ ਉਹ ਜੰਗਲ ਵਿੱਚ ਇੱਕ ਹੀ ਹੁੰਦਾ ਹੈ। ਜੇ ਦੂਜਾ ਹੋਵੇ ਜਾਂ ਤਾਂ ਉਹ ਦੋਨੋਂ ਲੜ ਕੇ ਇੱਕ ਮਰ ਜਾਵੇਗਾ, ਅਨਿਅਥਾ ਇੱਕ ਨੂੰ ਉਹ ਜੰਗਲ ਛੱਡ ਕੇ ਜਾਣਾ ਹੀ ਪਵੇਗਾ। ਦੋਨੋਂ ਸ਼ੇਰ ਇੱਕੇ ਜੰਗਲ ਦੇ ਵਿੱਚ ਰਹਿ ਨਹੀਂ ਸਕਦੇ, ਕਿਉਂ ਜੰਗਲ ਸ਼ੇਰ ਦਾ ਸ਼ਾਸਨ ਕਰਦਾ ਹੈ। ਜੰਗਲ ਜਿਹੜਾ ਸ਼ੇਰ ਹੈ ਉਹ ਜੰਗਲ ਦੇ ਵਿੱਚ ਸ਼ਾਸਨ ਰਾਜ ਕਰਦਾ ਹੈ, ਤੇ ਜੰਗਲ ਦੇ ਵਿੱਚ ਰਾਜਾ ਸ਼ੇਰ ਇੱਕੋ ਹੀ ਹੁੰਦਾ ਹੈ। ਸੋ ਇਸੇ ਤਰ੍ਹਾਂ ਭੀਮ ਚੰਦ ਰਾਜਾ ਤੇ ਇੱਕ ਹੀ ਹੁੰਦਾ ਦੇਸ਼ ਵਿੱਚ। ਸਹਿ ਸਕੈ ਨਾ ਬਾਦਾ। ਤੇ ਬਾਦ ਨਾਮ ਝਗੜੇ ਨੂੰ ਸਹਿ ਨਹੀਂ ਸਕਦਾ। ਜਿਵੇਂ ਜੰਗਲ ਵਿੱਚ ਦੂਜਾ ਸ਼ੇਰ ਦੂਜੇ ਨੂੰ ਸਹਾਰਦਾ ਨਹੀਂ ਹੈ, ਇਹ ਰਾਜਾ ਦੂਜੇ ਰਾਜੇ ਨੂੰ ਸਹਾਰਦਾ ਨਹੀਂ। ਦੁਐ ਪਤ ਹੋਏ ਨਾ ਭਾਰਜਾ। ਜਿਵੇਂ ਭਾਰਜਾ ਇਸਤਰੀ ਦੇ ਵੀ ਦੋ ਪਤੀ ਨਹੀਂ ਹੁੰਦੇ, ਤੇਮ ਅਵਨੀ ਰਾਜਾ। ਇਸੇ ਤਰ੍ਹਾਂ ਅਵਨੀ ਦੇ ਦੇਸ਼ ਦੇ ਵੀ ਦੋ ਰਾਜੇ ਨਹੀਂ ਹੁੰਦੇ। ਜੇ ਮਿਲ ਜਾਹੇ ਕਦਾਚਿਤੀ। ਤੇ ਜੇਕਰ ਕਦਾਚਿਤ ਸੁਭਾਵਕ ਮਿਲ ਜਾਣ ਦੋ ਰਾਜੇ, ਬਿਗੜੈ ਸਭ ਕਾਜਾ। ਤੇ ਸਾਰਾ ਕਾਰਜ ਹੀ ਵਿਗੜ ਜਾਂਦਾ ਹੈ। ਜਿਸ ਦੇਸ਼ ਵਿੱਚ ਦੋ ਸ਼ਾਸਕ ਸ਼ਾਸਨ ਕਰ ਰਹੇ ਹੋਣਗੇ, ਉਹ ਦੇਸ਼ ਕਦਾਚਿਤ ਵੀ ਜਿਹੜਾ ਹੈ ਉਹ ਤਰੱਕੀ ਵੱਲ ਨੂੰ ਨਹੀਂ ਵਧੇਗਾ, ਕਿਉਂਕਿ ਦੋਨਾਂ ਦੀ ਪਰਸਪਰ ਈਰਖਾ ਬਣੀ ਰਹੇਗੀ, ਤੇ ਈਰਖਾ ਬੁੱਧੀ ਨੂੰ ਵਿਕਸਿਤ ਨਹੀਂ ਹੋਣ ਦਿੰਦੀ। ਰਾਜੇ ਤਥਾ ਰਾਜ්य ਕਰਮਚਾਰੀਆਂ ਦੀ ਹੀ ਬੁੱਧੀ ਵਿਕਸਿਤ ਨਹੀਂ ਹੋਵੇਗੀ ਤੇ ਦੇਸ਼ ਕਿਸ ਤਰ੍ਹਾਂ ਤਰੱਕੀ ਕਰ ਪਾਵੇਗਾ। ਸੋ ਇਸ ਵਾਸਤੇ ਇੱਕ ਦੇਸ਼ ਵਿੱਚ ਦੋ ਰਾਜੇ ਹੋਣ ਤਾਂ ਉਹ ਜਿਹੜਾ ਦੇਸ਼ ਹੈ ਉਹਦਾ ਸਾਰਾ ਹੀ ਰਾਜਕੀय ਕਾਰਜ ਵਿਗੜ ਜਾਂਦਾ ਹੈ। ਜਬ ਲਗ ਆਪਣੇ ਓਜ ਮਹਿ। ਇਹ ਰਾਜਨ ਭੀਮ ਚੰਦ, ਜਿੰਨਾ ਚਿਰ ਆਪਣੇ ਓਜ ਆਪਣੇ ਬਲ ਵਿੱਚ ਹੋਏ ਨਾ ਵੱਡ ਗਾਡੇ। ਬਹੁਤ ਪ੍ਰਪੱਕਤਾ ਦੇ ਨਾਲ ਫਿਰ ਆਯੂ ਕਰਕੇ ਤੇ ਬਲ ਕਰਕੇ ਵੀ ਵੱਧਦੇ ਹੋਏ ਆਪਣੇ ਪੌਰਸ਼ ਆਪਣੇ ਸਾਹਸ ਵਿੱਚ ਪੂਰੇ ਪ੍ਰਪੱਕ ਨਹੀਂ ਹੋ ਜਾਂਦੇ ਕਲਗੀਧਰ ਪਾਤਸ਼ਾਹ, ਕਿਉਂਕਿ ਹਾਲੇ ਤੇ ਸੁਣਿਆ ਬਾਲਕ ਅਵਸਥਾ ਹੀ ਹੈ। ਸੋ ਜਿੰਨਾ ਚਿਰ ਸਰੀਰਕ ਬਲ ਕਰਕੇ ਸੈਨਿਕ ਬਲ ਕਰਕੇ ਤਥਾ ਆਪਣੇ ਨਾਲ ਉਮਤ ਰਿਆਇਆ ਨੂੰ ਰਲਾਉਣ ਰੂਪੀ ਇਹ ਆਪਣੀ ਪ੍ਰਜਾ ਦਾ ਬਲ ਕਰਕੇ ਜਿੰਨਾ ਚਿਰ ਉਹ ਵੱਧਦੇ ਨਹੀਂ ਪ੍ਰਪੱਕ ਨਹੀਂ ਹੁੰਦੇ, ਤਬ ਲਗ ਬਨਹਿ ਉਪਾਏ ਕੁਛ। ਉਦੋਂ ਤੱਕ ਭੀਮ ਚੰਦ ਕੋਈ ਉਪਾਅ ਬਣ ਸਕਦਾ ਹੈ,
ਕੋਈ ਯਤਨ ਹੋ ਸਕਦਾ ਹੈ ਕਿ ਸਤਿਗੁਰਾਂ ਨੂੰ ਆਨੰਦਪੁਰ ਸਾਹਿਬ ਨਗਰੀ ਤਥਾ ਕਹਿਲੂਰ ਦੀ ਦੂਣ ਵਿੱਚੋਂ ਕੱਢ ਦਿੱਤਾ ਜਾਵੇ। ਦੇਹੋ ਤਾਂ ਤੇ ਕਾਢੇ। ਇਸ ਵਾਸਤੇ ਮੈਂ ਤਾਂ ਇਹੀ ਸਲਾਹ ਦੇਵਾਂਗਾ, ਕਿਰਪਾਲ ਕਟੋਚੀਏ ਦਾ ਦੂਤ ਕਿਰਪਾਲ ਕਟੋਚੀਏ ਵੱਲੋਂ ਭੀਮ ਚੰਦ ਨੂੰ ਕਹਿ ਰਿਹਾ ਕਿ ਰਾਜਨ, ਮੈਂ ਤਾਂ ਇਹੀ ਸਲਾਹ ਦੇਵਾਂਗਾ ਕਿ ਸਤਿਗੁਰਾਂ ਨੂੰ ਆਪਣੇ ਇਲਾਕੇ ਵਿੱਚੋਂ ਤੂੰ ਕੱਢ ਦੇ। ਹਮ ਸੰਗੀ ਤੇਰੇ ਫਿਰ ਅਹ। ਘਬਰਾਈ ਨਾ ਭੀਮ ਚੰਦ, ਅਸੀਂ ਤੇਰੇ ਸੰਗੀ ਹਾਂ, ਅਸੀਂ ਤੇਰੇ ਨਾਲ ਹਾਂ। ਯਹੀ ਹੈ ਲੈ ਸੈਨਾ। ਜਿੰਨੀ ਸੈਨਾ ਚਾਹੀਦੀ ਤੂੰ ਕਹਿ ਸਹੀ, ਅਸੀਂ ਸਾਰੀ ਸੈਨਾ ਤੇਰੇ ਨਾਲ ਤੋਰ ਦਿਆਂਗੇ। ਤਉ ਨਾ ਢਿਗ ਗੁਰ ਭਟ ਬਹੁਤ। ਤਾਂ ਵੀ ਚਿੰਤਾ ਵਾਲੀ ਗੱਲ ਹੈ ਕੋਈ ਨਹੀਂ, ਕਿਉਂ ਸਤਿਗੁਰਾਂ ਕੋਲ ਬਹੁਤ ਜ਼ਿਆਦਾ ਕੋਈ ਸੁਭਟ ਸੂਰਮੇ ਤੇ ਹਨ ਨਹੀਂ। ਤੁਮ ਸਮਸਰ ਹੈ ਨਾ। ਇਸ ਵਾਸਤੇ ਸਤਿਗੁਰੂ ਜੀ ਤੇਰੀ ਸਮਸਰੀ ਤੇਰੀ ਬਰਾਬਰੀ ਨਹੀਂ ਕਰ ਸਕਦੇ। ਤੂੰ ਬਲਿਸ਼ਟ ਹੈ, ਬਲੀ ਹੈ। ਫਿਰ ਜਿੱਥੇ ਸੈਨਿਆ ਬਲ ਅਤੇ ਸ਼ਸਤਰਾਗਾਰ ਦਾ ਬਲ ਤੇਰੇ ਕੋਲ ਅਧਿਕ ਹੈ, ਉੱਥੇ ਤੂੰ ਨੀਤੀ ਨਿਪੁੰਨ ਵੀ ਹੈ ਅਤੇ ਤੂੰ ਆਯੂ ਹੰਡਾਉਣੇ ਕਾਰਨ ਰਣਨੀਤੀਆਂ ਕੂਟਨੀਤੀਆਂ ਵਿੱਚ ਪ੍ਰੰਗਤ ਹੈ। ਜਦ ਕਿ ਸਤਿਗੁਰੂ ਜੀ ਹਰੇਕ ਤਰ੍ਹਾਂ ਦੇ ਨਾਲ ਤੇਰੇ ਵੱਲੋਂ ਨਿਰਬਲ ਹਨ, ਤੇਰੇ ਨਾਲੋਂ ਨਿਰਬਲ ਹਨ। ਇਹ ਕਦੀਮੀ ਬਡਨ ਤੇ। ਸੋ ਕਦੀਮੀ ਨਾਮ ਪੁਰਾਣੇ ਅਤੇ ਬੜਨ ਨਾਮ ਵੱਡਿਆਂ ਤੋਂ। ਇਨ ਸੈਲਨ ਰਾਜੇ। ਇਹ ਜਿਹੜੇ ਸੈਲਨ ਪਹਾੜਾਂ ਦੇ ਰਾਜੇ ਹੈ ਨਾ, ਇਹ ਕਦੀਮੀ ਮੁੱਢ ਤੋਂ ਹੀ ਆਪਣੇ ਵੱਡਿਆਂ ਵਡੇਰਿਆਂ ਤੋਂ ਜਿੰਨੇ ਵੀ ਸ਼ਾਸਨ ਕਰਦੇ ਆਏ ਹੈ। ਇਕ ਕੁਲ ਕੇ ਰਾਜਪੂਤ ਸਭ। ਉਹ ਸਾਰੇ ਇੱਕੇ ਕੁਲ ਦੇ ਹਾਂ, ਸਾਰੀ ਰਾਜਪੂਤਾਣੇ ਵਿੱਚੋਂ ਹਾਂ, ਸਾਰੇ ਹੀ ਰਾਜਪੂਤ ਹਾਂ ਆਪਾਂ। ਹਮ ਭਰਾਤ ਬਿਰਾਜੇ। ਇਸ ਵਾਸਤੇ ਅਸੀਂ ਬਰਾਦਰੀ ਵਾਲੇ ਸਾਰੇ ਭਰਾ ਹਾਂ। ਸੁਨਤ ਦੂਤ ਕੇ ਬਾਕ ਕੋ। ਜਦੋਂ ਇਸ ਤਰ੍ਹਾਂ ਕਿਰਪਾਲ ਕਟੋਚੀਏ ਵੱਲੋਂ ਆਏ ਹੋਏ ਦੂਤ ਨੇ ਭੀਮ ਚੰਦ ਨੂੰ ਗੁਰਾਂ ਨਾਲ ਲੜਨ ਵਾਸਤੇ ਪ੍ਰੇਰਿਤ ਕਰਨ ਵਾਲੀਆਂ ਗੱਲਾਂ ਕਹੀਆਂ ਤਾਂ ਸੁਣੀਆਂ ਭੀਮ ਚੰਦ ਨੇ। ਚੇਤ ਚਿੰਤ ਉਪਾਏ। ਤਾਂ ਭੀਮ ਚੰਦ ਚਿੱਤ ਵਿੱਚ ਚਿੰਤਾ ਕਰਦਾ ਹੈ। ਭੀਮ ਚੰਦ ਭਾਖਿਓ ਤਬੈ। ਤਾਂ ਸੋਚਦਿਆਂ ਵਿਚਾਰਦਿਆਂ ਭੀਮ ਚੰਦ ਕਹਿਣ ਲੱਗਾ, ਤੁਮ ਸਾਚ ਬਤਾਏ। ਇਹ ਦੂਤ ਤੂੰ ਅਥਵਾ ਤੇਰਾ ਰਾਜਾ ਕਿਰਪਾਲ ਕਟੋਚੀਆ ਸਤਿ ਹੀ ਕਹਿ ਰਿਹਾ ਹੈ ਕਿ ਸਤਿਗੁਰਾਂ ਦਾ ਬਲ ਵਧੇ। ਇਸ ਤੋਂ ਪਹਿਲਾਂ ਉਹਨਾਂ ਨੂੰ ਇਸ ਇਲਾਕੇ ਵਿੱਚੋਂ ਕੱਢ ਦੇਣਾ ਹੀ ਯੋਗਯ ਬਣਦਾ ਹੈ। ਕਿਰਪਾਲ ਕਟੋਚੀਏ ਦੀ ਸਲਾਹ ਮਸ਼ਵਰਾ ਤੇ ਬਹੁਤ ਉਪਯੋਗੀ ਹੈ। ਨਹਿ ਆਲਸ ਇਸ ਬਾਤ ਕੋ। ਤੇ ਇਹ ਗੱਲ ਵਿੱਚ ਮੈਂ ਵੀ ਕੋਈ ਆਲਸੀ ਹੋ ਕੇ ਨਹੀਂ ਬੈਠਾ, ਮੈਂ ਵੀ ਕੋਈ ਦਰਿਦਰੀ ਹੋ ਕੇ ਨਹੀਂ ਬੈਠਾ, ਮੈਂ ਵੀ ਇਸ ਗੱਲ ਦਾ ਉਦਮ ਤੇ ਯਤਨ ਕਰ ਰਿਹਾ ਹਾਂ। ਮੇਰੇ ਮਨ ਮਾਹੀ। ਮੇਰੇ ਮਨ ਵਿੱਚ ਸਾਰੀਆਂ ਗੱਲਾਂ ਚੱਲ ਰਹੀਆਂ ਹਨ, ਸਾਰੇ ਪ੍ਰਸੰਗ ਚੱਲ ਰਹੇ ਹੈ। ਬਸ ਹੈ ਜੇ ਹੋਏ ਅਨੁਸਾਰ ਗੁਰ। ਤੇ ਮੈਂ ਵਿਚਾਰਦਾ ਹਾਂ ਜੇ ਗੁਰਦੇਵ ਸਤਿਗੁਰੂ ਜੀ ਮੇਰੇ ਅਨੁਸਾਰੀ ਹੋ ਕਰਕੇ ਵਸਣ, ਮੇਰੇ ਅਨੁਸਾਰੀ ਹੋ ਕੇ ਚੱਲਣ ਰਹਿਣ, ਤਉ ਬਿਗਰਹਿ ਨਾਹੀ। ਤਾਂ ਤੇ ਵਿਗਾੜ ਨਹੀਂ ਪਵੇਗਾ। ਜੇ ਮੇਰੇ ਹੁਕਮ ਨੂੰ ਮੰਨ ਕੇ ਚੱਲਣ, ਮੇਰੇ ਅਨੁਸਾਰੀ ਹੋ ਕੇ ਚੱਲਣ ਤੇ ਵਿਗਾੜ ਵਾਲੀ ਤੇ ਗੱਲ ਹੀ ਕੋਈ ਨਹੀਂ। ਫਿਰ ਨਾਹੀ ਤਾ ਕਰ ਛਲ ਬਲ ਵੱਡੋ। ਤੇ ਜੇ ਮੇਰੇ ਅਨੁਸਾਰੀ ਹੋ ਕੇ ਨਹੀਂ ਚੱਲਣਗੇ ਤਾਂ ਮੈਂ ਹਰ ਤਰ੍ਹਾਂ ਦਾ ਛਲ ਤੇ ਹਰ ਤਰ੍ਹਾਂ ਦਾ ਜਿਹੜਾ ਬਲ ਹੈ ਉਹ ਲਾਵਾਂਗਾ। ਗੁਰ ਦੇਸ਼ ਨਿਕਾਰੋਂ। ਤੇ ਸਤਿਗੁਰਾਂ ਨੂੰ ਜਿਵੇਂ ਕਿਵੇਂ ਵੀ ਕਰਕੇ ਮੈਂ ਆਪਣੇ ਦੇਸ਼ ਵਿੱਚੋਂ, ਇਹ ਕਹਿਲੂਰ ਦੀ ਦੂਣ ਵਿੱਚੋਂ ਖਦੇੜ ਦਿਆਂ, ਕੱਢ ਦਿਆਂਗਾ। ਏਮ ਕਹਿ ਕੇ ਰੁਖਸਤ ਕਰਿਓ। ਇਸ ਤਰ੍ਹਾਂ ਕਹਿ ਕੇ ਦੂਤ ਨੂੰ ਭੀਮ ਚੰਦ ਨੇ ਵਿਦਾ ਕਰ ਦਿੱਤਾ। ਮੈਂ ਆਪਨ ਵਿਚਾਰੋਂ। ਅਤੇ
ਕਹਿਣ ਲੱਗਾ ਇਸ ਗੱਲ ਤੇ ਮੈਂ ਆਪ ਵਿਚਾਰ ਕਰਦਾ ਹਾਂ ਤੇ ਕਰ ਲਵਾਂਗਾ। ਕਰੀ ਜਨਾਵਨ ਜਾਏ ਕਰ। ਤੇ ਕਰੀ ਜਨਾਵਨ ਜਾਏ ਕਰ, ਜਿਹੜਾ ਦੂਤ ਹੈ ਉਹਨੇ ਜਾ ਕੇ ਕੰਗੜਪੁਰ ਦੇ ਵਿੱਚ ਕਿਰਪਾਲ ਕਟੋਚੀਏ ਨੂੰ ਸਾਰੀ ਗੱਲ ਜਣਾਈ ਦੱਸੀ। ਸੁਨ ਭੂਪ ਕਿਰਪਾਲਾ। ਜਦੋਂ ਕਿਰਪਾਲ ਨੇ, ਭੂਪ ਰਾਜੇ ਕਿਰਪਾਲ ਚੰਦ ਨੇ ਸੁਣਿਆ, ਇੱਕ ਵਕੀਲ ਗੁਰ ਢਿਗ ਪਠਿਓ। ਤਾਂ ਉਸੇ ਵੇਲੇ ਇੱਕ ਵਕੀਲ ਨੂੰ, ਇੱਕ ਦੂਤ ਨੂੰ ਸਤਿਗੁਰੂ ਧੰਨ ਕਲਗੀਧਰ ਪਾਤਸ਼ਾਹ ਜੀ ਵੱਲ ਭੇਜ ਦਿੱਤਾ। ਆਇਓ ਤਤਕਾਲਾ। ਤੇ ਦੂਤ ਕਿਰਪਾਲ ਕਟੋਚੀਏ ਵੱਲੋਂ ਤਤਕਾਲ ਕਲਗੀਧਰ ਪਾਤਸ਼ਾਹ ਗੁਰਾਂ ਦੀ ਹਜ਼ੂਰੀ ਵਿੱਚ ਆਇਆ, ਆਨੰਦਪੁਰ ਸਾਹਿਬ ਨਗਰੀ ਪਹੁੰਚਿਆ। ਲਗਿਓ ਜਬ ਹੈ ਦਰਬਾਰ ਸੁਨ। ਜਦੋਂ ਸਤਿਗੁਰਾਂ ਦਾ ਦਰਬਾਰ ਲੱਗਾ, ਇਹ ਦੂਤ ਨੇ ਸੁਣਿਆ, ਚੱਲ ਗਇਓ ਸਮੀਪਾ। ਤਾਂ ਸਤਿਗੁਰਾਂ ਦੇ ਸਮੀਪ, ਸਤਿਗੁਰਾਂ ਦੇ ਕੋਲ ਚੱਲ ਕੇ ਗਿਆ। ਨਮੋ ਕਰਤ ਕਹਿ ਪਠਿਓ। ਤੇ ਨਮੋ ਕਰਤ, ਨਮਸਕਾਰ ਕਰਦੇ ਹੋਇਆ ਕਹਿਣ ਲੱਗਾ, ਜਿਹੜਾ ਵਜ਼ੀਰ ਦੂਤ ਆਇਆ ਨਾ ਕਿਰਪਾਲ ਕਟੋਚੀਏ ਵੱਲੋਂ, ਨੇ ਗੁਰਾਂ ਨੂੰ ਨਮਸਕਾਰ ਕੀਤੀ ਤੇ ਨਮਸਕਾਰ ਕਰਦਿਆਂ ਕਹਿਣ ਲੱਗਾ, ਪਠਿਓ ਮੋਹੇ ਕਾ ਟੋਚ ਮਹੀਪਾ। ਕਿ ਧੰਨ ਕਲਗੀਧਰ ਪਾਤਸ਼ਾਹ ਜੀ, ਮੈਨੂੰ ਕੰਗੜਪੁਰ ਪਤੀ ਕਿਰਪਾਲ ਕਟੋਚੀਏ ਰਾਜੇ ਨੇ ਭੇਜਿਆ ਹੈ ਆਪ ਜੀ ਦੇ ਪਾਸ। ਭੀਮ ਚੰਦ ਬਿਗਰੋ ਸੁਨਿਓ। ਕਿਰਪਾਲ ਕਟੋਚੀਏ ਨੇ ਸੁਣਿਆ ਕਿ ਭੀਮ ਚੰਦ ਆਪ ਜੀ ਨਾਲ ਵਿਗੜ ਗਿਆ ਹੈ, ਉਹਨੇ ਆਪ ਜੀ ਨਾਲ ਵੈਰ ਪਾ ਲਿਆ, ਸ਼ਤਰੁਤਾ ਪਾ ਲਈ। ਰਾਵਰ ਕੀ ਸੰਗਾ। ਆਪ ਜੀ ਦੇ ਸੰਗ ਕਹੀਏ ਨਾਲ। ਰਾਸ ਤਨਕ ਮਨ ਨਹਿ ਕਰੋ। ਤੇ ਕੀ ਉਹਨੇ ਥੋੜੇ ਮਾਤਰ ਵੀ ਡਰ ਨਹੀਂ ਮਨ ਚ ਲਿਆਂਦਾ? ਭੀਮ ਚੰਦ ਤੁਹਾਡੇ ਤੋਂ ਡਰਿਆ ਨਹੀਂ, ਭੈ ਭੀਤ ਨਹੀਂ ਹੋਇਆ। ਆਪ ਜੀ ਦੇ ਨਾਲ ਉਹਨੇ ਸ਼ਤਰੁਤਾ ਲੈ ਰਹੀ ਹੈ, ਆਪ ਜੀ ਨਾਲ ਵੈਰ ਕਮਾ ਰਿਹਾ, ਐਸਾ ਸੁਣਿਆ। ਸਨਮੁਖ ਲਿਹੋ ਜੰਗਾ। ਸੋ ਸਤਿਗੁਰੂ ਜੀ ਤੁਸੀਂ ਪ੍ਰਵਾਹ ਨਾ ਕਰਿਓ, ਬੜਾ ਅਭਿਮਾਨੀ ਤੇ ਹੰਕਾਰੀ ਹੈ ਭੀਮ ਚੰਦ। ਜੇ ਉਹ ਤੁਹਾਡੇ ਪ੍ਰਤਾਪ ਨੂੰ ਨਾ ਜਾਣਦਿਆਂ ਤੁਹਾਡੇ ਨਾਲ ਸ਼ਤਰੁਤਾ ਕਮਾਉਂਦਾ ਹੈ, ਤੇ ਤੁਸੀਂ ਵੀ ਸਨਮੁਖ ਹੋ ਕੇ ਨਿਰਭੈ ਉਹਦੇ ਨਾਲ ਜੰਗ ਛੇੜੋ, ਜੰਗ ਕਰੋ। ਮੈਂ ਵੀ ਆਪਣੀ ਸੈਨਿਕ ਬਲ ਲੈ ਕੇ ਤੁਹਾਡੇ ਨਾਲ ਹਾਂ, ਚਿੰਤਾ ਪ੍ਰਵਾਹ ਨਹੀਂ ਕਰਨੀ। ਜੇ ਭੀਮ ਚੰਦ ਲੜਨ ਨੂੰ ਆਉਂਦਾ, ਤੁਸੀਂ ਵੀ ਡਟ ਕੇ ਮੁਕਾਬਲਾ ਕਰੋ। ਸਭ ਵੇਦ ਮਹਿ ਸਮਰੱਥ ਤੁਮ। ਕਿਉਂਕਿ ਤੁਸੀਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਹੋ, ਸਭ ਤਰ੍ਹਾਂ ਨਾਲ ਸਮਰੱਥ ਹੋ, ਬਲਿਸ਼ਟ ਹੋ, ਬਲੀ ਹੋ। ਕਿਆ ਬਪਰੋ ਰਾਜਾ। ਉਹ ਵਿਚਾਰਾ ਭੀਮ ਚੰਦ ਬੁੱਢਾ ਜਿਹਾ ਤੁਹਾਡੇ ਅੱਗੋਂ ਕੀ ਹੈ? ਤੁਸੀਂ ਬਲਿਸ਼ਟ ਹੋ, ਬਲੀ ਹੋ, ਮਹਾਬਲੀ ਹੋ, ਤੇ ਉਹ ਆਪਣੀ ਉਮਰ ਹੰਢਾ ਚੁੱਕਾ ਹੋਇਆ। ਭੀਮ ਚੰਦ ਦਾ ਸਰੀਰ ਤੇ ਪ੍ਰਥਮ ਹੀ ਨਿਰਬਲ ਹੋ ਚੁੱਕਾ ਹੈ, ਉਹ ਤੁਹਾਡੇ ਅੱਗੋਂ ਕੀ ਹੈ? ਧਾਰ ਹੰਕਾਰ ਉਦਾਰ ਕੋ। ਬੜਾ ਹੰਕਾਰੀ ਹੈ ਉਹ, ਬੜਾ ਅਭਿਮਾਨ ਹੈ ਭੀਮ ਚੰਦ ਦੇ ਮਨ ਦੇ ਵਿੱਚ। ਕਹਿ ਕਰਿਓ ਕੁਕਾਜਾ। ਇਹ ਬੜਾ ਇਹ ਕੁਕਾਜ ਖੋਟਾ ਕੰਮ ਕਰਨਾ ਚਾਹੁੰਦਾ, ਆਪ ਜੀ ਨਾਲ ਲੜਨਾ ਚਾਹੁੰਦਾ, ਜਦ ਕਿ ਆਸਣ ਤੇ ਸ਼ੁਰੂ ਤੋਂ ਪੂਜਨੀਕ ਰਿਹਾ ਹੈ, ਗੱਦੀ ਗੁਰੂ ਨਾਨਕ ਦੇਵ ਜੀ ਦੀ ਹੈ, ਇਸ ਦੀ ਹੀ ਵਿਰੋਧਤਾ ਕਰ ਰਿਹਾ ਹੈ। ਆਨ ਦੇਸ਼ ਪਾਵਨ ਕਰਿਓ। ਸਗੋਂ ਤੁਸਾਂ ਨੇ ਤੇ ਇੱਥੇ ਆ ਕੇ ਗੁਨਾਹ ਥੋੜੀ ਨਾ ਕੀਤਾ ਹੈ, ਆਪ ਜੀ ਦੇ ਮੁਬਾਰਕ ਚਰਨ ਕਹਿਲੂਰ ਦੀ ਦੂਨ ਵਿੱਚ ਪੈਣ ਕਾਰਨ ਸਾਰਾ ਦੇਸ਼ ਪਵਿੱਤਰ ਹੋ ਗਿਆ ਹੈ, ਸਾਰਾ ਇਲਾਕਾ ਪਾਵਨ ਹੋ ਗਿਆ ਹੈ। ਮਹਿਮਾ ਤੁਮ ਭਾਰੀ। ਆਪ ਜੀ ਦੀ ਮਹਿਮਾ ਤੇ ਬਹੁਤ ਭਾਰੀ ਹੈ, ਬਹੁਤ ਵੱਡੀ ਹੈ। ਜਾਣ ਸਕਿਓ ਨਹਿ ਮੰਦ ਮਤ। ਉਹ ਮੰਦੀ ਬੁੱਧੀ ਵਾਲਾ ਮੂਰਖ ਹੈ ਭੀਮ ਚੰਦ, ਸਮਝ ਨਹੀਂ ਸਕਿਆ, ਤੁਹਾਡੇ ਪ੍ਰਤਾਪ ਨੂੰ ਜਾਣ ਨਹੀਂ ਸਕਿਆ।
ਚਾਹਤ ਸੰਗ ਰਾਰੀ। ਤੇ ਤੁਹਾਡੇ ਨਾਲ ਰਾਰ ਚਾਹੁੰਦਾ, ਝਗੜਾ ਕਰਨਾ ਚਾਹੁੰਦਾ ਹੈ। ਅਪਰ ਸਹਾਇਕ ਹੋਏ ਨਹਿ। ਸੋ ਸਤਿਗੁਰੂ ਜੀ ਭਾਵੇਂ ਕਿਤਨਾ ਵੀ ਉਹ ਵੱਧ ਚੜ ਕੇ ਬੋਲੇ, ਸਾਰੇ ਪਹਾੜੀ ਰਾਜੇ ਮੇਰੇ ਨਾਲ ਹਨ, ਸਾਰੀ ਸੈਨਿਆ ਬਲ ਮੇਰੇ ਨਾਲ ਹੈ, ਇਹੋ ਜੀ ਚਿੰਤਾ ਨਾ ਕਰਿਓ। ਭੀਮ ਚੰਦ ਦੇ ਨਾਲ ਕੌਣ ਹੈ? ਕਿਸੇ ਨੇ ਵੀ ਨਹੀਂ ਉਹਦੇ ਨਾਲ ਆਉਣਾ। ਜੇ ਉਹਨੇ ਜੰਗ ਛੇੜ ਲਈ, ਕੋਈ ਨਹੀਂ ਉਹਦਾ ਸਾਥ ਦੇਵੇਗਾ। ਕਿਆ ਕਰਹਿ ਅਕੇਲਾ। ਤੇ ਇਕੱਲਾ ਤੁਹਾਡੇ ਅੱਗੋਂ ਹੈ ਹੀ ਕੀ? ਇਹ ਬਾਗ ਦੀ ਮੂਲੀ ਤੁਹਾਡੇ ਅੱਗੋਂ ਹੈ ਹੀ ਕੀ? ਇਕੱਲਾ ਕੀ ਤੁਹਾਡੀ ਟੱਕਰ ਲੈ ਸਕੇਗਾ? ਕੀ ਮੁਕਾਬਲਾ ਕਰ ਸਕੇਗਾ? ਸੁਣੀ ਸਿਫਤ ਤੁਮ ਸੂਰਮੇ। ਮੈਂ ਸੁਣਿਆ ਤੁਸੀਂ ਬੜੇ ਵੱਡੇ ਸੂਰਮੇ ਹੋ, ਬੜੇ ਬਲਿਸ਼ਟ ਹੋ, ਬੜੇ ਬਲੀ ਹੋ। ਦਲ ਅਦਕ ਸਕੇਲਾ। ਫਿਰ ਤੁਸਾਂ ਨੇ ਬੜਾ ਵੱਡਾ ਦਲ ਸਕੇਲਿਆ ਇਕੱਠਾ ਕੀਤਾ ਹੋਇਆ, ਬੜੀ ਸੈਨਾ ਇਕੱਤਰਤ ਕੀਤੀ। ਤੇ ਦਲ ਵਿੱਚ, ਸੈਨਾ ਵਿੱਚ ਵੀ ਜਿਹੜੇ ਇਕੱਤਰਤ ਕੀਤੇ ਸੂਰਮੇ, ਉਹ ਵੀ ਨੌਜਵਾਨ ਸ਼ੈਲ ਛਬੀਲੇ ਗੱਭਰੂ ਹੈ ਸਾਰੇ ਹੀ। ਅੰਤਰਜਾਮੀ ਤਬ ਕਹਿਓ। ਕਿਰਪਾਲ ਕਟੋਚੀਏ ਦਾ ਦੂਤ ਕਲਗੀਧਰ ਪਾਤਸ਼ਾਹ ਨੂੰ ਵਡਿਆਉਂਦਿਆਂ ਭੀਮ ਚੰਦ ਦੇ ਵਿਰੁੱਧ ਭੜਕਾਉਣ ਦਾ ਪੂਰਾ ਯਤਨ ਪਿਆ ਕਰ ਰਿਹਾ। ਪਰ ਕਿਰਪਾਲ ਕਟੋਚੀਏ ਦੇ ਇਹੋ ਜਿਹੇ ਯਤਨ ਭੀਮ ਚੰਦ ਦੇ ਉੱਪਰ ਤੇ ਚੱਲ ਸਕਦੇ ਆ। ਕਲਗੀਧਰ ਪਾਤਸ਼ਾਹ ਤੇ ਅੰਤਰਜਾਮੀ ਹਨ। ਅੰਤਰਜਾਮੀ ਸਤਿਗੁਰਾਂ ਦੇ ਅੱਗੋਂ ਇਹ ਖਟਿਆਈ ਨਹੀਂ ਚੱਲ ਸਕਦੀ। ਸੋ ਅੰਤਰਜਾਮੀ ਤਬ ਕਹਿਓ। ਅੰਤਰਜਾਮੀ ਸਤਿਗੁਰੂ ਜੀ ਕਹਿਣ ਲੱਗੇ, ਜੋ ਕਰੈ ਸੋ ਪਾਵੈ। ਹੇ ਦੂਤ, ਜੋ ਕੋਈ ਜੋ ਕੁਝ ਵੀ ਕਰੇਗਾ, ਉਹਨੂੰ ਆਪਣੇ ਕੀਤੇ ਦਾ ਫਲ ਸਵੈਮ ਹੀ ਮਿਲ ਜਾਣਾ ਹੈ। ਜੋ ਕੋਈ ਜੀਵ ਜੋ ਕੁਝ ਵੀ ਕਰੇਗਾ, ਉਹਨੂੰ ਆਪਣੇ ਕੀਤੇ ਦਾ ਫਲ ਅਵਸ਼ ਹੀ ਭੋਗਣਾ ਪੈਣਾ। ਚਿਤਹਿ ਖੁਟਾਈ ਦੁਖ ਲਹਿ। ਜਿਹੜਾ ਖੁਟਿਆਈ ਚਿਤਵਦਾ ਹੈ, ਜਿਹਦੇ ਮਨ ਦੇ ਵਿੱਚ ਇਹ ਖੋਟ ਹੈ, ਤੇ ਆਪਣੀ ਖੁਟਿਆਈ ਕਾਰਨ ਉਹ ਆਜੀਵਨ ਦੁੱਖ ਹੀ ਪ੍ਰਾਪਤ ਕਰੇਗਾ। ਨਹਿ ਸ਼ੋਭ ਬਨ ਆਵੈ। ਤਾਂ ਉਹਦਾ ਕਦੇ ਸ਼ੁਭ ਬਣ ਨਹੀਂ ਸਕਦਾ। ਜਿਹੜਾ ਈਰਖਾ ਕਰਕੇ ਆਪਣਾ ਕੰਮ ਸਵਾਰਨਾ ਤੇ ਦੂਜੇ ਦਾ ਵਿਗਾੜਨਾ ਚਾਹੁੰਦਾ ਹੈ, ਅਰਥਾਤ ਈਰਖਾ ਕਰਕੇ ਦੂਜੇ ਦੇ ਬਣਦੇ ਕੰਮ ਨੂੰ ਵਿਗਾੜ ਕੇ ਤੇ ਮਨਸ਼ਾ ਕਰਦਾ ਮੇਰਾ ਕੰਮ ਸੁਧਰ ਜਾਵੇ, ਸਵਰ ਜਾਵੇ, ਤੋ ਐਸਾ ਹੋ ਨਹੀਂ ਪਾਵੇਗਾ। ਕਿਉਂਕਿ ਖੂਹ ਪੁੱਟਦੇ ਨੂੰ ਖਾਤਾ ਤਿਆਰ ਹੁੰਦਾ ਹੈ। ਜੈਸਾ ਬੀਜੈ ਤੈਸਾ ਲੁਣੈ। ਜੋ ਬੀਜਦਾ ਹੈ ਉਹੀ ਲੁਣਦਾ ਹੈ, ਉਹੀ ਵੱਢਦਾ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਜੋ ਖੁਟਿਆਈ ਕਰਦਾ ਹੈ ਮਨ ਦੇ ਵਿੱਚ, ਉਹ ਦੁੱਖ ਹੀ ਲਵੇਗਾ, ਨਾ ਸ਼ੁਭ ਬਣ ਆਵੈ। ਉਹਨੂੰ ਕਦਾਚਿਤ ਵੀ ਸ਼ੁਭ ਜਿਹੜਾ ਸੁਖ ਸਕੂਨ ਨਹੀਂ ਪ੍ਰਾਪਤ ਹੋਵੇਗਾ। ਇਤਿਆਦਿਕ ਕਰ ਵਾਰਤਾ। ਇਤਿਆਦ ਵਾਰਤਾਲਾਪ ਹੋਈ, ਬਚਨ ਬਲਾਸ ਹੋਏ। ਪੁਨ ਗਇਓ ਵਕੀਲੰ। ਤੇ ਵਕੀਲ ਜਿਹੜਾ ਹੈ ਉਹ ਗੁਰਾਂ ਕੋਲੋਂ ਵਿਦਾ ਹੋ ਕੇ ਚਲਿਆ ਗਿਆ। ਗਈ ਸੁਨਾਏ ਕਟੋਚ ਕੋ। ਕਟੋਚੀਏ ਨੂੰ ਜਾ ਕੇ ਸੁਣਾ ਕੇ ਦੱਸਦਾ ਹੈ ਵਕੀਲ, ਗੁਰ ਗੁਣੀ ਗਹੀਲੰ। ਇਹ ਰਾਜਨ, ਸਤਿਗੁਰੂ ਜੀ ਕੋਈ ਆਮ ਇਨਸਾਨਾਂ ਵਤ ਨਹੀਂ ਹਨ। ਉਹ ਗੁਣਾਂ ਦੇ ਗਹੀਲ, ਗੁਣਾਂ ਦੇ ਸਾਗਰ ਹਨ। ਕਲਗੀਧਰ ਪਾਤਸ਼ਾਹ ਤੇ ਵੱਡਿਆਂ ਤੋਂ ਵੱਡੇ ਹੈ। ਤਿਆਰੀ ਲਰਬੇ ਜੰਗ ਕੀ। ਉਹਨਾਂ ਨੇ ਲੜਨ ਹੇਤੂ ਜੰਗ ਦੀ ਪੂਰੀ ਤਿਆਰੀ ਕਰ ਰੱਖੀ ਹੈ। ਨਿਤ ਕਰਹਿ ਕਨੇਰੀ। ਬਹੁਤ ਤਿਆਰੀ ਕਰਦੇ, ਬਹੁਤ ਅਭਿਆਸ ਕਰਦੇ ਤੇ ਕਰਵਾਉਂਦੇ। ਸੁਨ ਕਿਰਪਾਲ ਆਨੰਦ ਭਾ। ਸੁਣ ਕੇ ਦੂਤ ਕੋਲੋਂ ਕਿ ਗੁਰਦੇਵ ਜੰਗ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਹਨ, ਕਿਰਪਾਲ ਕਟੋਚੀਆ ਬੜਾ ਆਨੰਦਿਤ ਹੋਇਆ। ਬਨ ਹੈ ਜਿਮ ਬੈਰੀ। ਇਹੀ ਚਿਤਵੀ ਜਾ ਰਿਹਾ ਤੇ ਹਰ ਸੰਭਵ ਤੇ ਪ੍ਰਯਾਸ ਯਤਨ ਕਰ ਰਿਹਾ, ਜਿਵੇਂ ਕਿਵੇਂ ਵੀ ਕਰਕੇ ਭੀਮ ਚੰਦ ਤੇ ਗੁਰਾਂ ਦੀ ਸ਼ਤਰੁਤਾ ਵੱਧਦੀ ਹੋਰ ਭਖ ਜਾਵੇ, ਮਗ ਜਾਵੇ,
ਤਾਂ ਕਿ ਦੋਨਾਂ ਦਾ ਪਰਸਪਰ ਜੰਗ ਛਿੜ ਜਾਵੇ। ਕਿਰਪਾਲ ਕਟੋਚੀਆ ਜਿਹੜਾ ਹੈ ਇਹ ਫੁੱਟ ਨੀਤੀ ਨੂੰ ਅਪਣਾ ਰਿਹਾ ਹੈ। ਨੀਤੀਆਂ ਹੁੰਦੀਆਂ ਹਨਗੀਆਂ ਰਣਨੀਤੀਆਂ, ਜੈਸੇ ਕਿ ਸਾਮ ਦਾਮ ਦੰਡ ਭੇਦ, ਤੇ ਇਹ ਜਿਹੜਾ ਕਿਰਪਾਲ ਕਟੋਚੀਆ ਹੈ ਇਹ ਜਿਹੜੀ ਭੇਦ ਨੀਤੀ ਹੈ ਉਸ ਨੂੰ ਅਪਣਾਉਣ ਦਾ ਯਤਨ ਕਰ ਰਿਹਾ ਹੈ ਕਿ ਗੁਰਾਂ ਤੇ ਭੀਮ ਚੰਦ ਵਿੱਚ ਮੈਂ ਐਸੀ ਸ਼ਤਰਤਾ ਪੈਦਾ ਕਰ ਦਿਆਂ ਕਿ ਦੋਨੋਂ ਹੀ ਸ਼ਕਤੀਆਂ ਆਪੋ ਵਿੱਚ ਹੀ ਲੜ ਕੇ ਤੇ ਮੇਰਾ ਜਿਹੜਾ ਮਾਰਗ ਹੈ ਉਹ ਸਹੀ ਤਥਾ ਸਰਲ ਤਥਾ ਸਾਫ਼ ਕਰ ਦੇਣ। ਇਹ ਕਿਰਪਾਲ ਕਟੋਚੀਆ ਮਨ ਦੇ ਵਿੱਚ ਖੋਟ ਰੱਖ ਕੇ ਗੁਰੂ ਤੇ ਭੀਮ ਚੰਦ ਦੋਨਾਂ ਨੂੰ ਲੜਾਉਣਾ ਚਾਹੁੰਦਾ ਹੈ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਦਾਸਾਂ ਦੀ ਤੁਸ਼ ਬੁੱਧੀ ਹੈ, ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ, ਸੰਗਤ ਬਖਸ਼ਣ ਜੋ ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੇਸ਼ਟ ਮਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ ਪਰਲੋਕ ਸੁਹੇਲੇ ਕਰਨ। ਤਿਆਰੀ ਲਰਬੇ ਜੰਗ ਕੀ ਨਿਤ ਕਰਹਿ ਕਨੇਰੀ, ਸੁਨ ਕਿਰਪਾਲ ਆਨੰਦ ਭਾ ਬਨ ਹੈ ਜਿਮ ਬੈਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।